ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਜੋਤ ਪ੍ਰਗਾਸ ਕਰ, ਓਨ ਮਨ ਲਿਵ ਲਾਈ। ਪਰਮ ਤਤ ਪਰਵਾਨ ਕਰ, ਅਨਹਦ ਧੁਨ ਵਾਈ। ਪਰਮਾਰਥ ਪਰਬੋਧ ਕਰ, ਪਰਮਾਤਮ ਹਾਈ। ਗੁਰ ਉਪਦੇਸ ਅਵੇਸ ਕਰ, ਅਨਭਉ ਪਦ ਪਾਈ। ਸਾਧ ਸੰਗਤ ਕਰ ਸਾਧਨਾ, ਇਕ ਮਨ ਇਕ ਧਿਆਈ। 20-21 ਚੜ੍ਹਾਓ ਚੜ੍ਹ, ਇਉਂ ਨਿਜ ਘਰ ਜਾਈ। 20-21 ਚੜ੍ਹਾਓ ਚੜ੍ਹ, ਇਉਂ ਨਿਜ ਘਰ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 9ਵੀਂ ਵਾਰ ਦੀ 5ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ 9ਵੀਂ ਵਾਰ ਦੀ 5ਵੀਂ ਪੌੜੀ ਦੇ ਵਿੱਚ ਗੁਰਸਿੱਖ ਉਹਦੀ ਜੋ ਆਤਮਿਕ ਮਹਾਨ ਖੇਡ ਹੈ ਉਸ ਦਾ ਜ਼ਿਕਰ ਕਰ ਰਹੇ ਹੈ। ਜਿਹੜੇ ਗੁਰਸਿੱਖ ਪਿਆਰੇ ਹੈ ਉਹਨਾਂ ਦੀ ਅਵਸਥਾ ਪੂਰਨ ਤੌਰ 'ਤੇ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਪੜ੍ਹਦਿਆਂ, ਗੁਰਮਤਿ ਨੂੰ ਸਮਝਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦੀ ਆਤਮਿਕ ਜੋ ਅਵਸਥਾ ਹੈ ਉਹ ਦਰਸਾਈ ਹੈ। ਸੋ ਆਓ ਸ਼ਰਧਾ ਭਾਵਨਾ ਦੇ ਨਾਲ ਪਵਿੱਤਰ ਵਿਚਾਰ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਪਰਮ ਜੋਤ ਪ੍ਰਗਾਸ ਕਰ, ਓਨ ਮਨ ਲਿਵ ਲਾਈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਜਿਹੜੇ ਗੁਰੂ ਕੇ ਪਿਆਰੇ ਸਿੱਖ ਹੈ, ਸਿੱਖੀ ਮਰਿਆਦਾ ਦੇ ਵਿੱਚ ਰਹਿੰਦੇ ਹੈ, ਗੁਰਮਤਿ ਦੇ ਧਾਰਨੀ ਹਨ, ਗੁਰੂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲ ਕੇ ਗੁਰਸਿੱਖ ਨੇ ਪਰਮ ਜੋਤ ਉਹਦਾ ਆਪਣੇ ਅੰਦਰ ਪ੍ਰਗਾਸ ਕਰ ਲਿਆ ਹੈ, ਚਾਨਣਾ ਕਰ ਲਿਆ ਹੈ। ਪਰਮ ਜੋਤ ਕੀ ਹੈ? ਪਰਮਾਤਮਾ। ਗੁਰਸਿੱਖਾਂ ਦੇ ਅੰਦਰ ਪਰਮ ਜੋਤ ਉਹ ਜਗ ਰਹੀ ਹੈ। ਸੋ ਪਰਮ ਜੋਤ ਦਾ ਪ੍ਰਕਾਸ਼ ਕਰਕੇ ਜੋ ਉਨਮਨ ਅਵਸਥਾ ਹੈ, ਤੁਰੀਆ ਅਵਸਥਾ, ਚੌਥਾ ਪਦ, ਉਸ ਤੁਰੀਆ ਅਵਸਥਾ ਦੇ ਵਿੱਚ ਗੁਰਸਿੱਖ ਸਦਾ ਹੀ ਲੀਨ ਰਹਿੰਦਾ ਹੈ। ਪਰਮ ਤਤ ਪਰਵਾਨ ਕਰ,
ਅਨਹਦ ਧੁਨ ਵਾਈ। ਪਰਮ ਤਤ, ਪਰਮ ਸਭ ਤੋਂ ਵੱਡਾ ਤਤ ਜੋ ਮੂਲ ਹੈ, ਮੁੱਢ ਹੈ। ਪਰਮ ਤਤ ਭਾਵ ਪਰਮਾਤਮਾ ਨੂੰ ਹਰ ਥਾਂ 'ਤੇ ਵਸਦਾ ਹੋਇਆ ਗੁਰਸਿੱਖ ਨੇ ਪ੍ਰਵਾਨ ਕੀਤਾ ਹੈ, ਭਾਵ ਮੰਨਿਆ ਹੈ। ਪਰਮਾਤਮਾ ਹਰ ਥਾਂ 'ਤੇ ਵਸਦਾ ਹੈ, ਸੋ ਪਰਮ ਤਤ ਨੂੰ ਪ੍ਰਵਾਨ ਕਰਕੇ ਅਨਹਦ ਧੁਨ ਵਾਈ। ਜੋ ਅਨਹਦ ਧੁਨੀ ਹੈ ਉਹ ਗੁਰਸਿੱਖ ਦੇ ਅੰਦਰ ਵੱਜ ਪੈਂਦੀ ਹੈ, ਅਥਵਾ ਅਨਹਦ ਧੁਨੀ ਨੂੰ ਗੁਰਸਿੱਖ ਨੇ ਆਪਣੇ ਅੰਦਰ ਪੈਦਾ ਕੀਤਾ ਹੈ। ਪਰਮਾਰਥ ਪ੍ਰਬੋਧ ਕਰ ਪਰਮਾਤਮ ਹਾਈ। ਪਰਮਾਰਥ ਦਾ ਗਿਆਨ ਹਾਸਲ ਕਰਕੇ ਪਰਮਾਰਥ ਦੀ ਸੋਝੀ ਪ੍ਰਾਪਤ ਕਰਕੇ ਪਰਮਾਤਮ ਹਾਈ, ਪਰਮਾਤਮਾ ਹਰ ਥਾਂ 'ਤੇ ਹੈ, ਇਹ ਨਿਸ਼ਚਾ ਗੁਰਸਿੱਖ ਦੇ ਅੰਦਰ ਹੈ। ਹਾਈ ਤੋਂ ਭਾਵ ਉਹ ਹੈ, ਮੌਜੂਦ ਹੈ ਹਰ ਥਾਂ 'ਤੇ। ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ। ਉੱਥੇ ਤਾਂ ਜਾਈਏ ਜੇ ਰੱਬ ਇੱਥੇ ਨਾ ਹੋਵੇ, ਉਹ ਤਾਂ ਹਰ ਥਾਂ 'ਤੇ ਹੈ। ਸੋ ਗੁਰਸਿੱਖ ਨੇ ਇਸ ਗੱਲ ਦਾ ਨਿਸ਼ਚਾ ਕਰ ਲਿਆ ਹੈ, ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ, ਉਹ ਹਰ ਥਾਂ 'ਤੇ ਵਸਦਾ ਹੈ। ਸੋ ਇਹ ਗੁਰਸਿੱਖ ਦੇ ਅੰਦਰ ਪੱਕਾ ਭਰੋਸਾ ਹੁੰਦਾ ਹੈ। ਗੁਰ ਉਪਦੇਸ਼ ਅਵੇਸ ਕਰ ਅਨਭਉ ਪਦ ਪਾਈ। ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ, ਗੁਰੂ ਦੇ ਉਪਦੇਸ਼ ਦਾ ਧਾਰਨੀ ਬਣ ਕੇ ਗੁਰਸਿੱਖ ਨੇ ਅਨੁਭਵ ਪਦਵੀ ਨੂੰ ਪ੍ਰਾਪਤ ਕੀਤਾ ਹੈ। ਉਹਦੇ ਕੋਲ ਅਨੁਭਵ ਪਦਵੀ ਹੈ। ਇੱਕ ਹੁੰਦਾ ਕਿਤਾਬਾਂ ਤੋਂ ਗਿਆਨ ਲਿਆ ਹੋਇਆ, ਗ੍ਰੰਥਾਂ ਤੋਂ, ਪਰ ਇੱਕ ਅੰਤਰ ਆਤਮੇ ਆਪੇ ਹੀ ਪ੍ਰਗਟ ਹੋਣਾ। ਜਿਵੇਂ ਖੂਹ ਦਾ ਪਾਣੀ ਹੈ, ਜਿਵੇਂ ਜਿਵੇਂ ਉਹ ਕੱਢੀ ਜਾਵਾਂਗੇ ਹੋਰ ਨਿਰਮਲ ਸਵੱਛ ਸੀਤਲ ਆਵੇਗਾ, ਮੁੱਕਦਾ ਨਹੀਂ। ਪਰ ਟੈਂਕੀ ਦਾ ਪਾਣੀ ਉਹ ਝੱਟ ਹੀ ਮੁੱਕ ਜਾਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਦੇ ਕੋਲ ਅਨੁਭਵ ਹੈ, ਗੁਰਸਿੱਖਾਂ ਦੇ ਕੋਲ। ਬੰਦਗੀ ਸਿਮਰਨ ਕਰਦਿਆਂ ਉਹਨਾਂ ਨੇ ਵੱਖ-ਵੱਖ ਪੜਾਅ ਦੇਖੇ ਹੈ, ਕਿਵੇਂ ਅਵਸਥਾਵਾਂ ਦੇ ਵਿੱਚੋਂ ਨਿਕਲ ਕੇ ਤੁਰੀਆ ਅਵਸਥਾ ਵਿੱਚ ਪਹੁੰਚਿਆ ਜਾਂਦਾ ਹੈ। ਸੋ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਅਨੁਭਵ ਪਦਵੀ ਨੂੰ ਗੁਰੂ ਕੇ ਸਿੱਖ ਨੇ ਪ੍ਰਾਪਤ ਕੀਤਾ ਹੈ। ਸਾਧ ਸੰਗਤ ਕਰ ਸਾਧਨਾ, ਇੱਕ ਮਨ ਇੱਕ ਧਿਆਈ। ਭਾਵੇਂ ਗੁਰਸਿੱਖ ਨੇ ਅਨੁਭਵ ਪਦਵੀ ਨੂੰ ਪਾ ਲਿਆ ਹੈ, ਪਰ ਫਿਰ ਵੀ ਸਾਧ ਸੰਗਤ ਵਿੱਚ ਟਿਕ ਕੇ ਉਹ ਸਾਧਨਾ ਕਰਦਾ ਹੈ, ਬੰਦਗੀ ਕਰਦਾ ਹੈ, ਨਾਮ ਬਾਣੀ ਦਾ ਅਭਿਆਸ ਕਰਦਾ ਹੈ। ਇੱਕ ਮਨ ਇੱਕ ਧਿਆਈ, ਇੱਕ ਮਨ ਹੋ ਕਰਕੇ, ਇਕਾਗਰ ਮਨ ਹੋ ਕਰਕੇ ਇੱਕ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਕਿਉਂਕਿ ਗੁਰੂ ਦੀ ਸਿੱਖਿਆ ਨੂੰ ਉਹਨੇ ਧਾਰਨ ਕਰਕੇ ਮਨ ਨੂੰ ਗੁਰੂ ਦੀ ਮੱਤ ਅਨੁਸਾਰ ਚਲਾ ਲਿਆ ਹੈ। ਉਹਨੇ ਸਤਿਗੁਰੂ ਦੀ ਇਹ ਸਿੱਖਿਆ ਨੂੰ ਗ੍ਰਹਿਣ ਕੀਤਾ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ। ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਉਹਨੇ ਗੁਰੂ ਦੀ ਸਿੱਖਿਆ ਦੇ ਨਾਲ ਮਨ ਨੂੰ ਸਾਧ ਲਿਆ ਹੈ। ਸੋ ਇੱਕ ਮਨ ਹੋ ਕਰਕੇ, ਇਕਾਗਰ ਮਨ ਹੋ ਕਰਕੇ ਇੱਕ ਨੂੰ ਧਿਆਉਂਦਾ ਹੈ, ਇੱਕ ਪ੍ਰਭੂ ਦਾ ਸਿਮਰਨ ਕਰਦਾ ਹੈ ਗੁਰੂ ਕਾ ਪਿਆਰਾ ਸਿੱਖ। 20-21 ਚੜਾਓ ਚੜ, ਇਉਂ ਨਿਜ ਘਰ ਜਾਈ।
ਵੀਹ ਇੱਕੀਹ ਚੜਾਓ ਚੜ ਵੀ ਇਹ ਸੰਸਾਰ। ਭਾਈ ਗੁਰਦਾਸ ਜੀ ਕਹਿੰਦੇ ਇਸ ਸੰਸਾਰ ਨੂੰ ਲੰਘ ਕੇ, ਸੰਸਾਰ ਦੇ ਵਿੱਚ ਜਿੰਨੇ ਰਸ ਕਸ ਹਨ ਸਾਰਿਆਂ ਤੋਂ ਅੱਗੇ ਲੰਘ ਗਿਆ ਗੁਰੂ ਕਾ ਸਿੱਖ। ਸੰਸਾਰ ਤੋਂ ਅੱਗੇ ਲੰਘ ਕੇ ਇੱਕੀਹ, ਇੱਕ ਈਸ਼ਵਰ, ਇੱਕ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਉਸ ਚੜ੍ਹਾਈ ਨੂੰ ਚੜ੍ਹ ਕੇ ਆਪਣੇ ਨਿੱਜੀ ਘਰ ਦੇ ਵਿੱਚ ਗੁਰੂ ਕਾ ਸਿੱਖ ਪਹੁੰਚ ਜਾਂਦਾ ਹੈ, ਭਾਵ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ। ਇਉਂ ਗੁਰਸਿੱਖ ਬੰਦਗੀ ਕਰਦਾ ਕਰਦਾ ਵਾਹਿਗੁਰੂ ਪਰਮਾਤਮਾ ਦੇ ਵਿੱਚ ਅਭੇਦਤਾ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਉੱਥੇ ਪਹੁੰਚ ਜਾਂਦਾ ਹੈ। ਕਥਨ ਨਾ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ। ਜਿਹਦੇ ਬਾਰੇ ਕਥਨ ਨਹੀਂ ਕੀਤਾ ਜਾ ਸਕਦਾ, ਸੋ ਉਹਦੇ ਤੋਂ ਵਾਰਨੇ ਬਲਿਹਾਰਨੇ ਗੁਰੂ ਕਾ ਪਿਆਰਾ ਸਿੱਖ ਜਾਂਦਾ ਹੈ। ਹੁਣ ਇਸ ਤੋਂ ਅੱਗੇ ਅਗਲੀ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਕਿ ਗੁਰੂ ਕਾ ਸਿੱਖ ਜਿਹੜਾ ਨਾ, ਉਹ ਪਰਮਾਤਮਾ ਨੂੰ ਹਰ ਥਾਂ 'ਤੇ ਵਿਆਪਕ ਵੇਖਦਾ ਹੈ, ਪਰਮਾਤਮਾ ਨੂੰ ਹਰ ਥਾਂ 'ਤੇ ਵਸਦਾ ਵੇਖਦਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜਿੱਥੇ ਕਿਥੇ ਹਰ ਪਾਸੇ ਪ੍ਰੇਮ ਰੂਪ ਹੋ ਕਰਕੇ ਪਰਮਾਤਮਾ ਵਸ ਰਿਹਾ ਹੈ। ਅਨੇਕਾਂ ਰੂਪਾਂ ਦੇ ਵਿੱਚ, ਅਨੇਕਾਂ ਰੰਗਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਆਕਾਰ ਦੇ ਵਿੱਚ, ਹਰ ਪਾਸੇ ਹਰ ਥਾਂ 'ਤੇ ਵਾਹਿਗੁਰੂ ਵਸਿਆ ਹੋਇਆ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਹੁਣ ਉਸ ਦਾ ਜ਼ਿਕਰ ਕਰ ਰਹੇ ਹੈ। ਦਰਪਣ ਵਾਂਗ ਧਿਆਨ ਧਰ ਆਪ ਆਪ ਨਿਹਾਲੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਸ਼ੀਸ਼ਾ ਆਪਾਂ ਸਾਰੇ ਵੇਖਦੇ ਹਾਂ, ਜਿਵੇਂ ਸ਼ੀਸ਼ੇ ਦੇ ਸਾਹਮਣੇ, ਦਰਪਣ ਦੇ ਸਾਹਮਣੇ ਖੜ ਕੇ ਮਨੁੱਖ ਆਪਣਾ ਸਾਰਾ ਸਰੀਰ ਦੇਖਦਾ ਹੈ, ਕਹਿੰਦੇ ਇਸੇ ਹੀ ਤਰ੍ਹਾਂ ਆਪਣੇ ਆਪ ਨੂੰ ਗੁਰੂ ਕਾ ਸਿੱਖ ਆਪੇ ਵਿੱਚ ਵੇਖਦਾ ਹੈ। ਆਪਣੇ ਆਪ ਨੂੰ ਅੰਤਰ ਆਤਮੇ ਧਿਆਨ ਧਰ ਕੇ ਆਪਣੇ ਆਪ ਨੂੰ ਆਪ ਹੀ ਉਹ ਦੇਖਦਾ ਹੈ, ਨਿਜ ਸਰੂਪ ਦੇ ਵਿੱਚ ਟਿਕਦਾ ਹੈ। ਘਟ ਘਟ ਪੂਰਨ ਬ੍ਰਹਮ ਹੈ, ਚੰਦ ਜਲ ਵਿੱਚ ਭਾਲੈ। ਬ੍ਰਹਮ ਹਰੇਕ ਹਿਰਦੇ ਹਿਰਦੇ ਦੇ ਵਿੱਚ ਹੈ, ਘਟ ਘਟ ਦੇ ਵਿੱਚ ਪੂਰਨ ਹੈ। ਬ੍ਰਹਮ ਪਰਮਾਤਮਾ ਕਿਵੇਂ? ਚੰਦ ਜਲ ਵਿੱਚ ਭਾਲੈ। ਜਿਵੇਂ ਬਹੁਤ ਸਾਰੇ ਘੜੇ ਹੁੰਦੇ ਹੈ, ਉਹਨਾਂ ਵਿੱਚ ਪਾਣੀ ਹੁੰਦਾ ਹੈ, ਅਤੇ ਉਹਨਾਂ ਸਾਰਿਆਂ ਘੜਿਆਂ ਦੇ ਵਿੱਚ ਚੰਦਰਮਾ ਵੇਖਿਆ ਜਾਂਦਾ ਹੈ। ਆਕਾਸ਼ ਵਿੱਚ ਤਾਂ ਚੰਦਰਮਾ ਇੱਕੋ ਹੀ ਹੈ, ਪਰ ਜਿੰਨੇ ਘੜੇ ਨੇ ਉਹਨਾਂ ਸਾਰਿਆਂ ਦੇ ਵਿੱਚ ਚੰਦਰਮੇ ਦਾ ਪ੍ਰਤਿਬਿੰਬ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਗੁਰਸਿੱਖ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਹੀ ਭਾਲੇ ਦਾ ਭਾਵ ਦੇਖਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਬਾਣੀ ਅੰਦਰ, ਹਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ। ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹੈ, ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ, ਹਰੇਕ ਦੇ ਵਿੱਚ ਹੈ। ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਘੜਿਆਂ ਵਿੱਚ ਪਾਣੀ ਹੁੰਦਾ, ਉਹਨਾਂ ਦੇ ਵਿੱਚ ਚੰਦਰਮੇ ਦਾ ਪ੍ਰਤਿਬਿੰਬ ਪਰਛਾਵਾਂ ਹੁੰਦਾ ਹੈ। ਸੋ ਇਸੇ ਤਰ੍ਹਾਂ ਹਰੇਕ ਦੇ ਵਿੱਚ
ਵਾਹਿਗੁਰੂ ਦੀ ਜੋਤ ਹੈ ਅਤੇ ਗੁਰਸਿੱਖ ਪਰਮੇਸ਼ਰ ਦੀ ਜੋਤ ਨੂੰ ਹਰੇਕ ਦੇ ਵਿੱਚ ਦੇਖਦਾ ਹੈ। ਗੋਰਸ ਗਾਈ ਵੇਖਦਾ ਘਿਓ ਦੁੱਧ ਵਿਚਾਲੈ। ਭਾਈ ਗੁਰਦਾਸ ਜੀ ਕਹਿੰਦੇ ਹੋਰ ਵੇਖੋ, ਗਾਵਾਂ ਭਾਵੇਂ ਕਈ ਰੰਗਾਂ ਦੀਆਂ ਹੁੰਦੀਆਂ ਪਰ ਉਹਨਾਂ ਦਾ ਦੁੱਧ ਇੱਕੋ ਹੀ ਰੰਗ ਦਾ ਹੁੰਦਾ, ਚਿੱਟਾ। ਦੁੱਧ ਵਿੱਚ ਘਿਓ ਹੁੰਦਾ ਹੈ। ਗੋਰਸ ਗਾਈ ਵੇਖਦਾ ਘਿਓ ਦੁੱਧ ਵਿਚਾਲੈ। ਸੋ ਰੰਗਾਂ ਰੰਗਾਂ ਦੀਆਂ ਗਾਵਾਂ ਹਨ ਪਰ ਉਹਨਾਂ ਦਾ ਦੁੱਧ ਇੱਕੋ ਜਿਹਾ ਹੀ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਦੁੱਧ ਵਿੱਚ ਘਿਓ ਨੂੰ ਵੇਖਿਆ ਜਾਂਦਾ ਹੈ। ਇਸੇ ਤਰ੍ਹਾਂ ਗੁਰਸਿੱਖ ਬਾਹਰ ਦਾ ਇਹ ਪਸਾਰਾ ਭਾਵੇਂ ਰੰਗਾਂ ਰੰਗਾਂ ਦਾ ਹੈ, ਹਰੇਕ ਦਾ ਰੂਪ ਰੰਗ ਵੱਖੋ ਵੱਖਰਾ ਹੈ, ਸੋ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਦੇਖਦਾ ਹੈ। ਜਿਵੇਂ ਇੱਕ ਦੁੱਧ ਦਾ ਰੰਗ ਚਿੱਟਾ ਹੈ, ਸਾਰਿਆਂ ਦੇ ਵਿੱਚ ਨਿਰਮਲ ਪਰਮਾਤਮਾ, ਉਹਦੀ ਜੋਤ ਸਾਰਿਆਂ ਦੇ ਵਿੱਚ ਵਸੀ ਹੈ। ਫੁੱਲਾਂ ਅੰਦਰ ਵਾਸ ਲੈ ਫਲ ਸੋ ਸੰਭਾਲੈ। ਫੁੱਲਾਂ ਦੇ ਅੰਦਰ ਵਾਸ਼ਨਾ ਭਾਵ ਸੁਗੰਧੀ ਹੁੰਦੀ ਹੈ। ਸੋ ਜਿਵੇਂ ਮਨੁੱਖ ਫੁੱਲਾਂ ਦੇ ਵਿੱਚੋਂ ਸੁਗੰਧੀ ਨੂੰ ਲੈਂਦਾ ਹੈ, ਫਲਾਂ ਦੇ ਵਿੱਚ ਰਸ ਹੁੰਦਾ, ਉਸ ਰਸ ਨੂੰ ਸੰਭਾਲਦਾ ਹੈ, ਇਸੇ ਤਰ੍ਹਾਂ ਗੁਰਸਿੱਖ ਪਰਮਾਤਮਾ ਨੂੰ ਹਰ ਥਾਂ 'ਤੇ ਵਸਦਾ ਦੇਖਦਾ ਹੈ। ਫੁੱਲਾਂ ਦਾ ਰੂਪ ਵੀ ਹੈ, ਰੰਗ ਵੀ ਹੈ, ਆਕਾਰ ਵੀ ਹੈ, ਪਰ ਜਿਹੜੀ ਸੁਗੰਧੀ ਹੈ ਉਹਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਆਕਾਰ ਹੈ। ਸੋ ਇਸੇ ਤਰ੍ਹਾਂ ਪਰਮਾਤਮਾ ਜਿਵੇਂ ਫੁੱਲਾਂ 'ਚ ਸੁਗੰਧੀ ਵਸਦੀ ਹੈ ਨਾ, ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ, ਜਿਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਚੱਕਰ ਚਿੰਨ੍ਹ ਨਹੀਂ ਹੈ। ਗੁਰਸਿੱਖ ਇਸ ਤਰ੍ਹਾਂ ਨਿਸ਼ਚਾ ਕਰਦਾ ਹੈ ਜਿਵੇਂ ਫੁੱਲਾਂ 'ਚ ਸੁਗੰਧੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ, ਫਲਾਂ ਦੇ ਵਿੱਚ ਰਸ ਨੂੰ ਸੰਭਾਲਦਾ ਹੈ, ਇਸੇ ਤਰ੍ਹਾਂ ਪਰਮਾਤਮਾ ਨੂੰ ਹਰ ਥਾਂ 'ਤੇ ਉਹ ਵਸਦਾ ਹੋਇਆ ਜਾਣਦਾ ਹੈ, ਰਸ ਰੂਪ ਹੋ ਕਰਕੇ ਸਾਰੀਆਂ ਥਾਵਾਂ 'ਤੇ ਵਸਦਾ ਹੈ। ਕਾਸ਼ਟ ਅਗਨ ਚਲਤ ਵੇਖ ਜਲ ਧਰਤ ਹਿਆਲੈ। ਅਗਲੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਹੈ, ਕਾਸ਼ਟ ਅਗਨ ਚਲਤ ਵੇਖ। ਭਾਈ ਸਾਹਿਬ ਜੀ ਕਹਿੰਦੇ ਕਾਸ਼ਟ ਲੱਕੜ ਦੇ ਵਿੱਚ ਅਗਨੀ ਦਾ, ਅੱਗ ਦਾ ਕੌਤਕ ਵੇਖੋ। ਲੱਕੜ ਦੇ ਵਿੱਚ ਅੱਗ ਵਸ ਰਹੀ ਹੈ ਪਰ ਗੁਪਤ ਰੂਪ ਦੇ ਵਿੱਚ ਹੈ। ਕਹਿੰਦੇ ਇਸੇ ਤਰ੍ਹਾਂ ਪਰਮਾਤਮਾ, ਉਹਦੀ ਜੋਤ ਸਾਰਿਆਂ ਦੇ ਵਿੱਚ ਵਸਦੀ ਹੈ, ਗੁਪਤ ਰੂਪ ਦੇ ਵਿੱਚ ਹੈ, ਹਰ ਥਾਂ 'ਤੇ ਹੈ। ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਘੀਆ। ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਉੱਚਾ ਹੋਵੇ ਭਾਵੇਂ ਕੋਈ ਨੀਵਾਂ ਹੋਵੇ, ਹਰੇਕ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਸੋ ਜਿਵੇਂ ਲੱਕੜ ਵਿੱਚ ਅੱਗ ਦਾ ਕੌਤਕ ਤਮਾਸ਼ਾ ਹੈ, ਉਹਨੂੰ ਵੇਖਿਆ ਜਾਂਦਾ ਹੈ, ਔਰ ਇਸੇ ਤਰ੍ਹਾਂ ਜਲ ਧਰਤ ਹਿਆਲੈ। ਧਰਤੀ ਦੇ ਹਿਆਲੇ ਹਿਰਦੇ ਵਿੱਚ, ਧਰਤੀ ਦੀ ਹਿੱਕ ਦੇ ਵਿੱਚ ਜਿਵੇਂ ਪਾਣੀ ਵੇਖੀਦਾ ਹੈ, ਕਿਤੇ ਪਾਣੀ ਧਰਤੀ 'ਚ ਡੂੰਘਾ ਹੈ, ਕਿਤੇ ਉੱਪਰ ਹੈ। ਕਹਿੰਦੇ ਲੱਕੜ ਵਿੱਚ ਅੱਗ ਅਤੇ ਧਰਤੀ ਵਿੱਚ ਪਾਣੀ ਦਾ ਜਿਵੇਂ ਕੌਤਕ ਵੇਖਿਆ ਜਾਂਦਾ, ਇਸੇ ਤਰ੍ਹਾਂ ਹਰੇਕ ਦੇ ਵਿੱਚ ਪਰਮਾਤਮਾ ਦੀ ਜੋਤ ਦਾ ਕੌਤਕ ਵੇਖਿਆ ਜਾਂਦਾ ਹੈ। ਘਟ ਘਟ ਪੂਰਨ ਬ੍ਰਹਮ ਹੈ ਗੁਰਮੁਖ ਵੇਖਾਲੈ। ਸੋ ਇਹ ਉੱਤੇ ਸਾਰੀਆਂ ਉਦਾਹਰਣਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ ਹਨ। ਭਾਈ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਬ੍ਰਹਮ ਘਟ ਘਟ ਦੇ ਵਿੱਚ ਪਰਿਪੂਰਨ ਹੈ, ਪਰਮਾਤਮਾ ਹਰੇਕ ਹਿਰਦੇ ਦੇ ਵਿੱਚ ਵਿਆਪਕ ਹੈ। ਗੁਰਮੁਖ ਵੇਖਾਲੈ,
ਪਰ ਕੋਈ ਗੁਰਮੁਖ ਹੀ ਇਸ ਨੂੰ ਦੇਖਦਾ ਹੈ ਅਤੇ ਦਿਖਾਉਂਦਾ ਹੈ। ਗੁਰਸਿੱਖ ਦੇ ਅੰਦਰ ਇਹ ਨਿਸ਼ਚਾ ਹੁੰਦਾ ਹੈ, ਸੋ ਪਰਮਾਤਮਾ ਦੀ ਜੋਤ ਦਾ ਹਰ ਥਾਂ 'ਤੇ ਪ੍ਰਕਾਸ਼ ਹੈ। 7ਵੀਂ ਪੌੜੀ ਦੇ ਵਿੱਚ ਅੱਗੇ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖ ਦੀ ਰਹਿਣੀ ਦਾ ਜ਼ਿਕਰ ਕਰ ਰਹੇ ਹੈ। ਗੁਰਸਿੱਖ ਵਿੱਚ ਬਹੁਤ ਗੁਣ ਹੁੰਦੇ ਹੈ, ਉਹ ਗੁਰੂ ਦੀ ਸਿੱਖਿਆ ਮੁਤਾਬਕ ਚੱਲਦਾ ਹੈ। ਦਿਵ ਦਿਸ਼ਟ ਗੁਰ ਧਿਆਨ ਧਰ, ਸਿੱਖ ਵਿਰਲਾ ਕੋਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖਣ ਨੂੰ ਤਾਂ ਬਹੁਤ ਸਾਰੇ ਸਿੱਖ ਪ੍ਰਤੀਤ ਹੁੰਦੇ ਹੈ, ਆ ਵੀ ਗੁਰੂ ਕਾ ਸਿੱਖ ਹੈ, ਪਰ ਇਹੋ ਜਿਹੇ ਸਿੱਖ ਵਿਰਲੇ ਹੁੰਦੇ ਹੈ ਜਿਹੜੇ ਦਿਵ ਦ੍ਰਿਸ਼ਟੀ ਦੇ ਮਾਲਕ ਹੁੰਦੇ ਹੈ। ਦਿਵ ਦਿਸ਼ਟ ਕਹਿੰਦੇ ਗਿਆਨ ਵਾਲੀ ਦ੍ਰਿਸ਼ਟੀ, ਪ੍ਰਕਾਸ਼ ਵਾਲੀ ਜਿਹੜੀ ਨਜ਼ਰ ਹੈ। ਸੋ ਦਿਵ ਦਿਸ਼ਟ ਗੁਰ ਧਿਆਨ ਧਰ, ਜਿਸ ਦੇ ਕੋਲ ਦਿਵ ਦ੍ਰਿਸ਼ਟੀ ਹੈ, ਗਿਆਨ ਵਾਲੀ ਦ੍ਰਿਸ਼ਟੀ ਹੈ, ਅਤੇ ਗਿਆਨ ਵਾਲੀ ਦ੍ਰਿਸ਼ਟੀ ਦੇ ਨਾਲ ਜਿਹੜਾ ਗੁਰੂ ਦਾ ਧਿਆਨ ਧਰਦਾ ਹੈ, ਸਿੱਖ ਵਿਰਲਾ ਕੋਈ। ਭਾਈ ਸਾਹਿਬ ਜੀ ਕਹਿੰਦੇ ਇਹੋ ਜਿਹਾ ਕੋਈ ਵਿਰਲਾ ਸਿੱਖ ਹੈ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਦੇ ਚਰਨਾਂ ਦਾ ਕਾਬਲ ਵਿੱਚ ਬੈਠੇ ਹੋਏ ਸਿੱਖ ਨੇ ਧਿਆਨ ਧਾਰਿਆ ਸੀ, ਅਤੇ ਮਹਾਰਾਜ ਨੇ ਪ੍ਰਸ਼ਾਦਾ ਨਹੀਂ ਸੀ ਛਕਿਆ ਵੀ ਸਿੱਖ ਨੇ ਸਾਡੇ ਚਰਨਾਂ ਕਮਲਾਂ ਦਾ ਧਿਆਨ ਧਾਰਿਆ। ਭਾਈ ਗਾਉਂਦੇ ਨੇ, ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਠਹਿਰ ਜਾਓ। ਸ਼ਾਮ ਨੂੰ ਜਾ ਕੇ ਸਤਿਗੁਰੂ ਨੇ ਪ੍ਰਸ਼ਾਦਾ ਛਕਿਆ ਸੀ। ਪੁੱਛਣ 'ਤੇ ਦੱਸਿਆ ਭਾਈ ਗੋਂਦਾ ਕਾਬਲ ਵਿੱਚ ਸਾਡੇ ਚਰਨਾਂ ਦਾ ਧਿਆਨ ਧਾਰ ਕੇ ਬੈਠਾ ਹੈ, ਸੋ ਇਸ ਲਈ ਅਸੀਂ ਇੱਕ ਥਾਂ 'ਤੇ ਟਿਕੇ ਰਹੇ, ਬੈਠੇ ਰਹੇ, ਸਿੱਖ ਦੇ ਧਿਆਨ ਵਿੱਚ ਫਰਕ ਨਾ ਪਵੇ। ਗੁਰੂ ਇੰਨੀਆਂ ਰਹਿਮਤਾਂ ਬਖਸ਼ਿਸ਼ਾਂ ਕਰਦਾ ਹੈ, ਪਰ ਇਹ ਦ੍ਰਿਸ਼ਟੀ ਕਿਸੇ ਵਿਰਲੇ ਕੋਲ ਹੁੰਦੀ ਹੈ। ਗਿਆਨ ਵਾਲੀ ਨਜ਼ਰ ਔਰ ਜਿਹੜਾ ਗੁਰੂ ਦਾ ਧਿਆਨ ਧਰਦਾ ਹੈ, ਐਸਾ ਕੋਈ ਵਿਰਲਾ ਸਿੱਖ ਹੈ। ਰਤਨ ਪਾਰਖੂ ਹੋਏ ਕੈ, ਰਤਨਾ ਅਵਲੋਈ। ਗੁਰਸਿੱਖ ਜਿਹੜਾ ਹੈ ਉਹ ਰਤਨ ਪਾਰਖੂ ਹੋਏ ਕੈ, ਰਤਨਾਂ ਦਾ ਪਾਰਖੂ ਹੋ ਕੇ। ਰਤਨ ਕੀ ਹੈ? ਗੁਣ। ਗੁਰਸਿੱਖ ਗੁਣਾਂ ਦੀ ਪਰਖ ਕਰਦਾ ਹੈ। ਰਤਨਾ ਅਵਲੋਈ, ਤੇ ਗੁਣਾਂ ਨੂੰ ਵੇਖਦਾ ਹੈ। ਆਮ ਸੰਸਾਰੀ ਲੋਕ ਧਨ ਦੇਖਦੇ ਹੈ, ਰੂਪ ਰੰਗ ਵੇਖਦੇ ਹੈ, ਦੌਲਤ ਦੇਖਦੇ ਹੈ, ਅਤੇ ਸੰਸਾਰ ਦੇ ਲੋਕ ਰੂਪ ਰੰਗ ਵੇਖ ਕੇ, ਧਨ ਦੌਲਤ ਵੇਖ ਕੇ ਉਹੋ ਜਿਹਾ ਵਿਹਾਰ ਬੰਦੇ ਨਾਲ ਕਰਦੇ ਹੈ। ਅਮੀਰ ਨੂੰ ਜੀ ਜੀ ਕਹਿਣਗੇ ਅਤੇ ਗਰੀਬ ਨੂੰ ਧੱਕੇ ਮਾਰਨਗੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਗੁਰਸਿੱਖ ਹੈ ਨਾ, ਉਹ ਰਤਨ ਪਾਰਖੂ, ਉਹ ਰਤਨਾਂ ਦਾ ਪਾਰਖੂ ਹੈ, ਗੁਣਾਂ ਦੀ ਪਰਖ ਕਰਨ ਵਾਲਾ ਹੈ। ਉਹ ਵੇਖਦਾ ਹੈ ਇਸ ਸਿੱਖ ਦੇ ਵਿੱਚ ਗੁਣ ਹਨ, ਮੈਂ ਇਹਦਾ ਸਤਿਕਾਰ ਕਰਾਂ, ਯਤਨ ਕਰਾਂ ਮੈਂ ਇਹਦੇ ਤੋਂ ਗੁਣ ਗ੍ਰਹਿਣ ਕਰਾਂ। ਜੋ ਗੁਣ ਇਹਦੇ ਜੀਵਨ ਵਿੱਚ ਹਨ, ਮੈਂ ਵੀ ਆਪਣੇ ਜੀਵਨ ਵਿੱਚ ਉਹ ਗੁਣਾਂ ਦਾ ਧਾਰਨੀ ਬਣਾ। ਸੋ ਗੁਰਸਿੱਖ ਰਤਨ ਪਾਰਖੂ ਹੋ ਕੇ, ਭਾਵ ਗੁਣਾਂ ਦਾ ਪਾਰਖੂ ਹੋ ਕੇ ਗੁਣਾਂ ਨੂੰ ਵੇਖਦਾ ਹੈ। ਮਨ ਮਾਣਕ ਨਿਰਮੋਲਕ, ਸਤ ਸੰਗ ਫਰੋਈ। ਉਸ ਗੁਰਸਿੱਖ ਦਾ ਜਿਹੜਾ ਮਨ ਹੈ ਨਾ, ਮਾਣਕ ਨਿਰਮੋਲਕਾ, ਇਹ ਅਮੋਲਕ ਮੋਤੀ ਹੈ। ਸਤ ਸੰਗ ਪਰੋਈ, ਕਿਉਂਕਿ ਉਹ ਸਤ ਸੰਗਤ ਦੇ ਵਿੱਚ ਇਸ ਮਨ ਰੂਪੀ ਮੋਤੀ ਨੂੰ ਪਰੋ ਕੇ ਰੱਖਦਾ ਹੈ। ਉਹਦਾ ਮਨ ਸਤ ਸੰਗਤ ਦੇ ਵਿੱਚ ਟਿਕਿਆ ਰਹਿੰਦਾ ਹੈ। ਪਰ ਕਈ ਇੱਥੇ ਸਤ ਸੰਗਤ ਦੇ ਵਿੱਚ ਵੀ ਬੈਠੇ ਹੁਣ ਮਨ ਕਿਤੇ ਹੋਰ ਹੁੰਦਾ ਹੈ। ਸੋ ਗੁਰਸਿੱਖ ਦੇ ਕੋਲ ਇਹ ਵੱਡੇ ਗੁਣ ਹਨ। ਮਨ ਰੂਪੀ ਮੋਤੀ ਉਹਦਾ ਅਮੋਲਕ ਬਣ ਜਾਂਦਾ ਹੈ, ਕਿਉਂਕਿ ਗੁਰੂ ਕੀ ਬਾਣੀ ਨਾਮ ਦੇ ਵਿੱਚ ਮਨ ਲੱਗਾ ਰਹਿੰਦਾ ਹੈ,
ਸਤ ਸੰਗਤ ਦੇ ਵਿੱਚ ਸਦਾ ਹੀ ਮਨ ਨੂੰ ਪਰੋਈ ਰੱਖਦਾ ਹੈ। ਰਤਨ ਮਾਲ ਗੁਰ ਸਿੱਖ ਜਗ, ਗੁਰਮਤਿ ਗੁਣ ਗੋਈ। ਜਗਤ ਦੇ ਵਿੱਚ ਗੁਰੂ ਦਾ ਸਿੱਖ ਰਤਨਾਂ ਦੀ ਮਾਲਾ ਹੈ। ਰਤਨ ਮਾਲ ਤੋਂ ਭਾਵ ਗੁਣਾਂ ਦੀ ਮਾਲਾ। ਗੁਰਸਿੱਖ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਸਬਰ, ਚੰਗਿਆਈ, ਵਫਾਦਾਰੀ, ਗੁਰੂ 'ਤੇ ਭਰੋਸਾ, ਦ੍ਰਿੜ ਨਿਸ਼ਚਾ, ਇਹ ਸਾਰੇ ਗੁਣ ਹਨ। ਸੋ ਸੰਸਾਰ ਦੇ ਵਿੱਚ ਗੁਰੂ ਦਾ ਸਿੱਖ ਰਤਨਾਂ ਦੀ ਮਾਲਾ ਹੈ, ਗੁਣਾਂ ਦੀ ਮਾਲਾ ਹੈ। ਗੁਰਮਤਿ ਗੁਣ ਗੋਈ, ਤੇ ਗੁਰੂ ਦੀ ਮੱਤ ਧਾਰਨ ਕਰਕੇ ਗੁਰਸਿੱਖ ਗੁਣਾਂ ਨੂੰ ਗੁੰਦਦਾ ਹੈ। ਜਿਵੇਂ ਫੁੱਲਾਂ ਦੀ ਮਾਲਾ ਗੁੰਦੀ ਜਾਂਦੀ ਹੈ ਨਾ, ਪਰੋਈ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਕਾ ਸਿੱਖ ਗੁਣਾਂ ਨੂੰ ਗੁੰਦਦਾ ਹੈ, ਗੁਣਾਂ ਨੂੰ ਗ੍ਰਹਿਣ ਕਰਦਾ ਹੈ। ਤੇ ਫੁੱਲਾਂ ਦੀ ਮਾਲਾ ਬਣੀ ਹੋਈ ਗਲ ਵਿੱਚ ਪਾਈ ਸ਼ੋਭਾ ਪਾਉਂਦੀ ਹੈ। ਇਸੇ ਤਰ੍ਹਾਂ ਗੁਰਸਿੱਖ ਗੁਣਾਂ ਦੀ ਮਾਲਾ ਗੁੰਦ ਕੇ ਆਪਣੇ ਮਨ ਨੂੰ ਪਾਉਂਦਾ ਹੈ ਤੇ ਸ਼ੋਭਾ ਪਾਉਂਦਾ ਹੈ, ਸੋਹਣਾ ਲੱਗਦਾ ਹੈ। ਜੀਵੰਦਿਆਂ ਮਰ ਅਮਰ ਹੋਏ, ਸੁਖ ਸਹਿਜ ਸਮੋਈ। ਗੁਰਸਿੱਖ ਜਿਉਂਦਿਆਂ ਹੀ ਆਪਾ ਭਾਵ ਤੋਂ ਮਰ ਕੇ ਅਮਰ ਹੋ ਜਾਂਦਾ ਹੈ। ਜੀਵੰਦਿਆਂ ਮਰ, ਜਿਉਂਦਿਆਂ ਮਰ ਜਾਂਦਾ। ਜਿਉਂਦਿਆਂ ਮਰਨ ਦਾ ਮਤਲਬ ਹੁੰਦਾ ਹਉਮੈ ਨੂੰ ਮਾਰ ਲੈਂਦਾ, ਮੈਂ ਮੇਰੀ ਮੁਕਾ ਦਿੰਦਾ ਹੈ। ਇੱਥੇ ਸੰਸਾਰ ਦੇ ਵਿੱਚ ਬੰਦੇ ਸਰੀਰ ਕਰਕੇ ਜਿਉਂਦੇ ਹੁੰਦੇ ਹੈ, ਪਰ ਹੰਕਾਰ ਨੂੰ ਜਿਉਂਦੇ ਜੀ ਉਹ ਮਾਰ ਨਹੀਂ ਪਾਉਂਦੇ। ਸੰਸਾਰ ਛੱਡ ਕੇ ਤੁਰਨ ਦਾ ਵੇਲਾ ਆ ਜਾਂਦਾ ਹੈ, ਪਰ ਹਉਮੈ ਨੂੰ ਨਹੀਂ ਮਾਰ ਮੁਕਾ ਪਾਉਂਦੇ। ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਭੀ ਹਉਮੈ ਮੈਲ ਨਾ ਜਾਵੇ। ਇਹ ਏਡੀ ਭਿਆਨਕ ਹੈ। ਛੇਤੀ ਕੀਤਿਆਂ ਖਹਿੜਾ ਨਹੀਂ ਛੱਡਦੀ ਹਉਮੈ, ਪਰ ਜਿਹੜੇ ਗੁਰਸਿੱਖ ਨੇ ਉਹ ਜੀਵਦਿਆਂ ਹੀ ਆਪਾ ਭਾਵ ਨੂੰ, ਮੈਂ ਮੇਰੀ ਨੂੰ ਮਾਰ ਕੇ ਅਮਰ ਹੋਏ। ਭਾਈ ਗੁਰਦਾਸ ਜੀ ਕਹਿੰਦੇ ਉਹ ਅਮਰ ਹੋ ਜਾਂਦੇ, ਉਹ ਸਦਾ ਫਿਰ ਜਿਉਂਦੇ ਰਹਿੰਦੇ ਹੈ। ਸਦਾ ਹੀ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ, ਉਹਨਾਂ ਗੁਰਸਿੱਖਾਂ ਨੂੰ ਚੇਤੇ ਕੀਤਾ ਜਾਂਦਾ ਹੈ, ਕਿਉਂਕਿ ਸਰੀਰ ਕਰਕੇ ਚਲੇ ਜਾਂਦੇ, ਉਹ ਮਰਦੇ ਨਹੀਂ ਹੁੰਦੇ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਉਹਨਾਂ ਦਾ ਤਾਂ ਜੀਵਨ ਐਸਾ ਹੁੰਦਾ, ਜੀਵਨ ਦਾਨ ਦਿੰਦੇ ਹੋਰਾਂ ਨੂੰ, ਭਗਤੀ ਦੇ ਵਿੱਚ ਲਾਉਂਦੇ ਹੈ, ਵਿਛੜਿਆਂ ਨੂੰ ਰੱਬ ਦੇ ਨਾਲ ਮੇਲਦੇ ਹੈ। ਸੋ ਇਹ ਗੁਰਸਿੱਖਾਂ ਦਾ ਜੀਵਨ ਹੁੰਦਾ ਹੈ, ਉਹ ਅਮਰ ਹੋ ਜਾਂਦੇ ਸਦਾ ਲਈ। ਸੁਖ ਸਹਿਜ ਸਮੋਈ, ਤੇ ਸਹਿਜ ਸੁਖ ਦੇ ਵਿੱਚ ਸਦਾ ਲਈ ਲੀਨ ਹੋ ਜਾਂਦੇ ਹੈ। ਓਤ ਪੋਤ ਜੋਤੀ ਜੋਤ, ਮਿਲ ਜਾਣੈ ਜਾਣੋਈ। ਜੋਤ ਰੂਪ ਹੋ ਕਰਕੇ ਗੁਰਸਿੱਖ ਜੋਤੀ ਪਰਮਾਤਮਾ ਦੇ ਵਿੱਚ ਤਾਣੇ ਪੇਟੇ ਵਾਂਗ ਮਿਲ ਜਾਂਦੇ ਹੈ। ਜਿਵੇਂ ਤਾਣਾ ਤੇ ਪੇਟਾ ਆਪਸ ਵਿੱਚ ਪੂਰਾ ਮਿਲਿਆ ਹੋਇਆ ਹੁੰਦਾ ਨਾ, ਕਹਿੰਦੇ ਇਸ ਤਰ੍ਹਾਂ ਜੋਤ ਰੂਪ ਹੋ ਕੇ ਜੋਤੀ ਪਰਮਾਤਮਾ ਵਿੱਚ ਗੁਰਸਿੱਖ ਮਿਲ ਜਾਂਦੇ ਹੈ। ਜਾਣੈ ਜਾਣੋਈ, ਤੇ ਜਾਣਨਹਾਰ ਪ੍ਰਭੂ ਪਰਮਾਤਮਾ ਨੂੰ ਜਾਣ ਲੈਂਦੇ ਹੈ। ਉਹਦੀ ਸਮਝ, ਉਹਦੀ ਸੂਝ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। 8ਵੀਂ ਪੌੜੀ ਦੇ ਵਿੱਚ ਹੁਣ ਗੁਰਸਿੱਖ ਦੀ ਗੁਰੂ ਦੇ ਨਾਲ ਅਭੇਦਤਾ ਕਿਵੇਂ ਦੀ ਹੁੰਦੀ ਹੈ, ਉਹਦਾ ਜ਼ਿਕਰ ਕਰ ਰਹੇ ਹੈ ਭਾਈ ਗੁਰਦਾਸ ਸਾਹਿਬ ਜੀ। ਰਾਗ ਨਾਦ ਵਿਸਮਾਦ ਹੋਏ, ਗੁਣ ਗਹਿਰ ਗੰਭੀਰਾ। ਗੁਰੂ ਦਾ ਸਿੱਖ ਰਾਗ ਦੇ ਨਾਦ, ਸ਼ਬਦ ਦੀ ਧੁਨੀ ਦੇ ਨਾਲ ਵਿਸਮਾਦ ਹੋ ਜਾਂਦਾ ਹੈ। ਵਿਸਮਾਦ ਕਹਿੰਦੇ ਹੈਰਾਨ ਕਰ ਦੇਣ ਵਾਲੀ ਅਵਸਥਾ। ਰਾਗ ਨਾਦ ਵਿਸਮਾਦ ਹੋਏ, ਜਦੋਂ ਰਾਗ ਦੇ ਵਿੱਚ ਪਾ ਕੇ ਗੁਰੂ ਦਾ ਸ਼ਬਦ ਗਾਇਆ ਜਾਂਦਾ ਹੈ ਤੇ ਸ਼ਬਦ ਦੀ ਧੁਨੀ ਦੇ ਵਿੱਚ
ਉਹ ਵਿਸਮਾਦ ਹੈਰਾਨਕੁਨ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਗੁਣ ਗਹਿਰ ਗੰਭੀਰਾ। ਅਤੇ ਉੱਥੇ ਉਸ ਅਵਸਥਾ ਵਿੱਚ ਪਹੁੰਚ ਕੇ ਗੁਣਾਂ ਦੇ ਨਾਲ ਗਹਿਰ ਗੰਭੀਰ ਹੋ ਜਾਂਦਾ ਗੁਰੂ ਕਾ ਪਿਆਰਾ ਸਿੱਖ। ਸ਼ਬਦ ਸੁਰਤ ਲਿਵ ਲੀਨ ਹੋਏ, ਅਨਹਦ ਧੁਨ ਧੀਰਾ। ਸ਼ਬਦ ਦੇ ਵਿੱਚ ਸੁਰਤ ਜੋੜ ਕੇ ਲਿਵਲੀਨ ਹੋ ਜਾਂਦਾ ਹੈ, ਸ਼ਬਦ ਵਿੱਚ ਟਿਕ ਕੇ ਮਸਤ ਹੋ ਜਾਂਦਾ ਹੈ। ਅਨਹਦ ਧੁਨ ਧੀਰਾ, ਅਤੇ ਅਨਹਦ ਧੁਨੀ ਦੇ ਵਿੱਚ ਧੀਰਾ ਦਾ ਮਤਲਬ ਟਿਕ ਜਾਂਦਾ ਹੈ। ਗੁਰੂ ਕਾ ਸਿੱਖ ਸ਼ਬਦ ਸੁਰਤ ਦੇ ਰਸ ਦੇ ਵਿੱਚ ਮਗਨ ਹੋ ਜਾਂਦਾ ਹੈ, ਅਤੇ ਫਿਰ ਅਨਹਦ ਧੁਨੀ ਦੀ ਧੁਨ ਵਿੱਚ ਬਿਲਕੁਲ ਟਿਕ ਜਾਂਦਾ ਹੈ। ਜੰਤਰੀ ਜੰਤਰ ਵਜਾਏ ਦਾ, ਮਨ ਉਨ ਮਨ ਚੀਰਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਜੰਤਰੀ ਹੈ ਉਹ ਜੰਤਰ ਵਜਾਉਂਦਾ ਹੈ। ਜੰਤਰੀ ਕਹਿੰਦੇ ਹੈ ਵਾਜਾ ਵਜਾਉਣ ਵਾਲੇ ਨੂੰ। ਕੋਈ ਵੀ ਸਾਜ਼ ਹੋਵੇ, ਹਾਰਮੋਨੀਅਮ ਹੋਵੇ, ਰਬਾਬ ਹੋਵੇ, ਤੰਤੀ ਸਾਜ਼ ਹਨ। ਜੰਤਰੀ ਜੰਤਰ ਵਜਾਏ ਦਾ, ਜੰਤਰ ਨੂੰ ਜੰਤਰੀ ਵਜਾਉਂਦਾ ਹੈ, ਭਾਵ ਵਜਾਉਣ ਵਾਲਾ ਜਿਹੜਾ ਨਾ ਉਹ ਵਾਜੇ ਨੂੰ ਵਜਾਉਂਦਾ ਹੈ। ਗੁਰਸਿੱਖ ਸ਼ਬਦ ਦੇ ਵਿੱਚ ਟਿਕ ਕਰਕੇ ਮਨ ਉਨਮਨ ਚੀਰਾ, ਉਹਦਾ ਮਨ ਜਿਹੜਾ ਉਨਮਨੀ ਅਵਸਥਾ, ਤੁਰੀਆ ਅਵਸਥਾ ਜਿਹੜੀ ਹੈ ਨਾ, ਉਹਦੇ ਵਿੱਚ ਪਹੁੰਚ ਜਾਂਦਾ ਗੁਰੂ ਕੇ ਸਿੱਖ ਦਾ ਮਨ। ਭਾਵ ਜਦੋਂ ਕੀਰਤਨ ਸੁਣਦਾ ਨਾ, ਆਵਾਜ਼ਾਂ ਵਜਾਉਣ ਵਾਲਾ ਆਵਾਜ਼ਾਂ ਵਜਾ ਰਿਹਾ ਹੈ, ਕੀਰਤਨੀਆਂ ਕੀਰਤਨ ਕਰ ਰਿਹਾ ਹੈ। ਸਿੱਖ ਸ਼ਬਦ ਦੀ ਧੁਨੀ ਵਿੱਚ ਟਿਕਿਆ ਹੋਇਆ, ਉਹਦੇ ਵਿੱਚ ਲੀਨ ਹੋਇਆ ਹੋਇਆ ਤੁਰੀਆ ਅਵਸਥਾ ਦੇ ਵਿੱਚ ਜਾ ਪਹੁੰਚਦਾ ਹੈ। ਵੱਜ ਵਜਾਏ ਸਮਾਏ ਲੈ, ਗੁਰ ਸ਼ਬਦ ਵਜੀਰਾ। ਵਜੀਰਾ ਦਾ ਭਾਵ ਵਜੰਤਰੀ, ਵਾਜਾ ਵਜਾਉਣ ਵਾਲਾ। ਗੁਰਸਿੱਖ ਗੁਰ ਸ਼ਬਦ ਦਾ ਵਜੰਤਰੀ ਹੈ, ਸ਼ਬਦ ਦਾ ਕੀਰਤਨ ਕਰਦਾ ਹੈ। ਸ਼ਬਦ ਦੀ ਧੁਨੀ, ਸ਼ਬਦ ਦੀ ਆਵਾਜ਼ ਰਸਨਾ ਦੇ ਨਾਲ ਗਲੇ ਤੋਂ ਪ੍ਰਗਟ ਕਰਦਾ ਹੈ। ਵੱਜ ਵਜਾਏ ਸਮਾਏ ਲੈ, ਵਾਜਾ ਭਾਵੇਂ ਆਪੇ ਵੱਜੇ ਜਾਂ ਕੋਈ ਵਜਾਵੇ, ਗੁਰੂ ਦਾ ਸਿੱਖ ਗੁਰ ਸ਼ਬਦ ਦਾ ਵਜੰਤਰੀ ਬਣ ਕੇ ਸਮਾਏ ਲੈ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦਾ ਹੈ, ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ, ਅਤੇ ਉਹਦੇ ਵਿੱਚ ਹੀ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਹੈ। ਅੰਤਰਜਾਮੀ ਜਾਣੀਐ ਅੰਤਰਗਤ ਪੀਰਾ, ਅਤੇ ਗੁਰੂ ਦਾ ਸਿੱਖ ਗੁਰੂ ਨੂੰ ਅੰਤਰਜਾਮੀ ਜਾਣਦਾ ਹੈ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖੋ ਗੁਰੂ ਨੂੰ ਅੰਤਰਜਾਮੀ ਜਾਣਨਾ ਕਰੋ। ਕਿਉਂ? ਅੰਤਰਗਤ ਪੀਰਾ, ਸਿੱਖ ਦੇ ਅੰਦਰ ਦੀ ਹਿਰਦੇ ਦੀ ਵੇਦਨਾ ਨੂੰ, ਪੀੜਾ ਨੂੰ ਗੁਰੂ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਹਮਰੀ ਵੇਦਨ ਹਰ ਪ੍ਰਭ ਜਾਣੈ, ਸੋ ਸਾਡੀ ਪੀੜਾ ਨੂੰ, ਵਿਛੋੜੇ ਦਾ ਜੋ ਦਰਦ ਹੈ ਉਸ ਨੂੰ ਜਾਣਦਾ ਹੈ। ਸੋ ਇਸ ਲਈ ਗੁਰੂ ਅੰਤਰਜਾਮੀ ਹੈ। ਜਦੋਂ ਗੁਰੂ ਅੱਗੇ ਤੂੰ ਤਰਲਾ ਲਵੇਂਗਾ ਗੁਰਸਿੱਖਾ, ਸੋ ਗੁਰੂ ਤੇਰੇ 'ਤੇ ਰਹਿਮਤ ਕਰੇਗਾ। ਨਾਮ ਦੀ, ਬਾਣੀ ਦੀ ਦਾਤ ਤੇਰੀ ਝੋਲੀ ਵਿੱਚ ਪਾ ਕੇ ਤੈਨੂੰ ਵਿਛੜੇ ਨੂੰ ਪ੍ਰਭੂ ਦੇ ਨਾਲ ਮੇਲ ਦੇਵੇਗਾ। ਗੁਰ ਚੇਲਾ ਚੇਲਾ ਗੁਰੂ, ਭੇਦ ਹੀਰੇ ਹੀਰਾ। ਗੁਰੂ ਚੇਲਾ ਹੈ ਅਤੇ ਚੇਲਾ ਗੁਰੂ ਹੈ। ਗੁਰੂ ਚੇਲਾ ਅਤੇ ਚੇਲਾ ਗੁਰੂ ਕਿਵੇਂ? ਭੇਦ ਹੀਰੇ ਹੀਰਾ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹੀਰੇ ਨੂੰ ਹੀਰਾ ਵਿੰਨਦਾ, ਹੀਰਾ ਜਿਹੜਾ ਵਿੰਨਿਆ ਜਾ ਰਿਹਾ ਉਹ ਵੀ ਹੀਰਾ, ਅਤੇ ਜਿਹਦੇ ਨਾਲ ਵਿੰਨਿਆ ਜਾ ਰਿਹਾ ਉਹ ਵੀ ਹੀਰਾ ਹੈ। ਹੀਰੇ ਨੂੰ ਕਿਸੇ ਹੋਰ ਚੀਜ਼ ਵਸਤੂ ਦੇ ਨਾਲ ਨਹੀਂ ਵਿੰਨਿਆ ਜਾਂਦਾ। ਸੋ ਹੀਰਾ ਹੀ ਹੁੰਦਾ ਨੁਕੀਲਾ ਜਿਸ ਦੇ ਨਾਲ ਹੀਰੇ ਨੂੰ ਵਿੰਨਿਆ ਜਾਂਦਾ ਹੈ। ਸੋ ਇਸ ਲਈ ਚੇਲਾ ਗੁਰੂ ਅਤੇ ਗੁਰੂ ਚੇਲਾ ਹੈ। ਹੀਰੇ ਨੂੰ ਹੀਰਾ ਜਿਵੇਂ ਵਿੰਨਦਾ ਹੈ, ਸੋ ਗੁਰੂ
ਤੇ ਜਿਹੜਾ ਸਿੱਖ ਹੈ ਨਾ, ਉਹ ਅਭੇਦ ਹਨ, ਬਿਲਕੁਲ ਆਪਸ ਵਿੱਚ ਮਿਲੇ ਹੋਏ ਹਨ। ਅਗਲੀ 9ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ, ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹਦੇ ਵਿੱਚ ਗੁਰਮੁਖ ਦੇ ਵਿੱਚ ਵਡਿਆਈ ਹੁੰਦੀ ਹੈ। ਉਹ ਕੀ ਵਡਿਆਈ ਹੈ, ਉਸ ਦਾ ਜ਼ਿਕਰ ਕਰਦੇ ਹੈ। ਪਾਰਸ ਹੋਇਆ ਪਾਰਸਹੁ ਗੁਰਮੁਖ ਵਡਿਆਈ। ਗੁਰਮੁਖ ਦੇ ਵਿੱਚ ਇਹ ਵਡਿਆਈ ਹੈ ਕਿ ਉਹ ਆਪ ਪਾਰਸ ਹੈ ਤੇ ਉਹਦੀ ਜਿਹੜੇ ਉਹਦੀ ਸੰਗਤ ਕਰਦੇ ਆ ਨਾ, ਉਹਦੇ ਸਤਸੰਗੀ ਹੈ, ਉਹਨੂੰ ਵੀ ਪਾਰਸ ਬਣਾ ਲੈਂਦਾ ਹੈ। ਪਾਰਸ ਹੋਇਆ ਪਾਰਸਹੁ। ਪਾਰਸ ਦੀ ਇੱਕ ਵੱਟੀ ਹੁੰਦੀ ਹੈ, ਉਹ ਕਈ ਧਾਤਾਂ ਨੂੰ ਸੋਨਾ ਬਣਾ ਦਿੰਦੀ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਪਾਉਂਦੀ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਦੇ ਵਿੱਚ ਇਹ ਵਡਿਆਈ ਹੈ ਕਿ ਉਹ ਸਤਸੰਗੀ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਉਹਦੇ ਵਿੱਚ ਇਹ ਵਡਿਆਈ ਹੈ। ਉਹ ਨਸ਼ਈਆਂ ਨੂੰ, ਅਮਲੀਆਂ ਨੂੰ, ਝੂਠੇ ਅਮਲਾਂ ਦੇ ਵਿੱਚ ਜਿਹੜੇ ਤਦਾਕਾਰ ਹੋਏ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜੇ ਗ੍ਰਸਤ ਹਨ, ਉਹਨਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਆਪਣੇ ਵਰਗਾ ਗੁਰਸਿੱਖ ਬਣਾ ਲੈਂਦਾ ਹੈ। ਸੋ ਇਹ ਗੁਰਮੁਖ ਵਿੱਚ ਵਡਿਆਈ ਹੈ। ਉਹ ਆਪ ਪਾਰਸ ਤੋਂ ਪਾਰਸ ਬਣਾ ਲੈਂਦਾ, ਸਤਸੰਗੀ ਨੂੰ ਆਪਣੇ ਵਰਗਾ ਬਣਾਉਂਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਉਹ ਵੀ ਚੰਦਨ ਵਰਗਾ ਹੋ ਜਾਂਦਾ ਜਿਹੜਾ ਚੰਦਨ ਕੋਲ ਵਸਦਾ ਹੈ। ਸੋ ਗੁਰਸਿੱਖ ਆਪਣੇ ਵਰਗਾ ਗੁਰਸਿੱਖ ਆਪਣੇ ਸੰਗੀ ਨੂੰ ਬਣਾ ਲੈਂਦੇ ਹੈ। ਹੀਰੈ ਹੀਰਾ ਭੇਦਿਆ, ਜੋਤੀ ਜੋਤ ਮਿਲਾਈ। ਤੇ ਜਿਹੜਾ ਨਾਲ ਦਾ ਸਤਸੰਗੀ ਹੁੰਦਾ ਹੈ, ਗੁਰਮੁਖ ਕੀ ਕਰਦਾ ਹੈ, ਉਹਦੇ ਮਨ ਹੀਰੇ ਨੂੰ ਗੁਰੂ ਸ਼ਬਦ ਦੇ ਹੀਰੇ ਦੇ ਨਾਲ ਵਿੰਨ ਦਿੰਦਾ ਹੈ। ਜਦੋਂ ਉਹ ਸ਼ਬਦ ਦੀ ਵਾਰਤਾ, ਸ਼ਬਦ ਦੀ ਵਿਚਾਰ ਉਸ ਸਿੱਖ ਨੂੰ ਸੁਣਾਉਂਦਾ ਤੇ ਸ਼ਬਦ ਉਹਦੇ ਮਨ ਵਿੱਚ ਬੈਠ ਜਾਂਦਾ ਹੈ, ਉਤਰ ਜਾਂਦਾ ਹੈ। ਸ਼ਬਦ ਦੀ ਵਿਚਾਰ, ਸ਼ਬਦ ਦਾ ਸਿਧਾਂਤ ਉਹਦੇ ਮਨ ਦੇ ਵਿੱਚ ਘਰ ਕਰ ਜਾਂਦਾ ਹੈ। ਗੁਰੂ ਦਾ ਬਚਨ ਉਹਨੂੰ ਵਿੰਨ ਦਿੰਦਾ ਹੈ। ਸੋ ਗੁਰਮੁਖ ਉਸ ਨਾਲ ਦੇ ਸਤਸੰਗੀ ਦੇ ਮਨ ਰੂਪੀ ਹੀਰੇ ਨੂੰ ਗੁਰ ਸ਼ਬਦ ਹੀਰੇ ਦੇ ਨਾਲ ਵਿੰਨ ਕੇ ਜੋਤੀ ਜੋਤ ਮਿਲਾਈ, ਉਹਦੀ ਜੋਤ ਨੂੰ ਜੋਤੀ ਪਰਮਾਤਮਾ ਦੇ ਵਿੱਚ ਮਿਲਾ ਦਿੰਦਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਜੰਤਰ ਜੰਤਰੀ ਵਾਈ। ਫਿਰ ਉਹ ਜਿਹੜਾ ਸਤਸੰਗੀ ਹੁੰਦਾ ਨਾ ਨਾਲ ਦਾ, ਉਹ ਸ਼ਬਦ ਦੀ ਸੁਰਤ ਦੀ ਲਿਵ ਤਾਰ ਵਿਖੇ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ, ਜੰਤਰ ਜੰਤਰੀ ਵਾਈ। ਜਿਵੇਂ ਜੰਤਰ ਨੂੰ ਜੰਤਰੀ ਵਜਾਉਂਦਾ ਹੈ, ਵਾਜੇ ਨੂੰ ਵਜਾਉਣ ਵਾਲਾ ਵਜਾਉਂਦਾ ਹੈ, ਤੇ ਉਹਦੀ ਵਾਜੇ ਦੀ ਸੁਰ, ਤਾਲ, ਉਹ ਇੱਕ ਰੂਪ ਹੋ ਜਾਂਦੇ ਹੈ। ਤੇ ਸ਼ਬਦ ਦੇ ਵਿੱਚ ਸੁਰਤ ਜੋੜਨ ਵਾਲਾ ਉਹ ਸਤਸੰਗੀ, ਉਹ ਵੀ ਇੱਕ ਰੂਪ ਹੋ ਜਾਂਦਾ ਹੈ ਗੁਰੂ ਨਾਲ, ਪ੍ਰਭੂ ਨਾਲ ਮਿਲ ਕੇ। ਗੁਰ ਚੇਲਾ ਚੇਲਾ ਗੁਰੂ, ਪਰਚਾ ਪਰਚਾਈ। ਸੋ ਇਸ ਤਰ੍ਹਾਂ ਗੁਰੂ ਚੇਲਾ ਤੇ ਚੇਲਾ ਗੁਰੂ ਹੋ ਕਰਕੇ ਪ੍ਰੇਮ ਦੇ ਵਿੱਚ ਪਰਚ ਜਾਂਦਾ ਹੈ। ਗੁਰੂ ਦਾ ਚੇਲੇ ਨਾਲ ਪਿਆਰ ਹੈ, ਚੇਲੇ ਦਾ ਆਪਣੇ ਗੁਰੂ ਦੇ ਨਾਲ ਪ੍ਰੇਮ ਦੇ ਵਿੱਚ ਪਰਚ ਜਾਂਦੇ ਹੈ। ਪੁਰਖੋਂ ਪੁਰਖ ਉਪਾਇਆ, ਪੁਰਖੋਤਮ ਹਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਪੁਰਖ ਤੋਂ ਪੁਰਖ ਉਪਾਇਆ ਹੈ, ਤੇ ਪੁਰਖ ਤੋਂ ਪੁਰਖ ਜਿਹੜਾ ਪੈਦਾ ਹੋਇਆ, ਪੁਰਖੋਤਮ ਹਾਈ, ਉਹ ਪੁਰਸ਼ਾਂ ਦੇ ਵਿੱਚੋਂ ਉੱਤਮ ਪੁਰਸ਼ ਹੈ। ਪੁਰਖ ਤੋਂ ਪੁਰਖ ਪੈਦਾ ਹੋਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਦੀ ਸ਼ਰਨ ਵਿੱਚ ਭਾਈ ਲਹਿਣਾ ਜੀ ਆਏ ਤੇ ਪੁਰਖ ਤੋਂ ਪੁਰਖ ਪੈਦਾ ਹੋਇਆ। ਭਾਈ ਲਹਿਣਾ ਗੁਰੂ ਅੰਗਦ ਦੇਵ ਬਣ ਗਏ।
ਪੁਰਖੋਂ ਪੁਰਖ ਉਪਾਇਆ। ਕਹਿੰਦੇ ਗੁਰੂ ਦਾ ਜਿਹੜਾ ਮਿਲਾਪ ਹੈ ਨਾ, ਉਹ ਪੁਰਖ ਤੋਂ ਉੱਤਮ ਪੁਰਖ ਨੂੰ ਪੈਦਾ ਕਰ ਦਿੰਦਾ ਹੈ। ਫਿਰ ਉਹ ਪੁਰਸ਼ਾਂ ਦੇ ਵਿੱਚੋਂ ਸਭ ਤੋਂ ਉੱਤਮ ਪੁਰਖ ਗਿਣਿਆ ਜਾਂਦਾ ਹੈ। 20 21 ਉਲੰਘ ਕੈ ਹੋਏ ਸਹਿਜ ਸਮਾਈ। ਵੀ ਇਹ ਜਿਹੜਾ ਸੰਸਾਰ ਹੈ, ਇਸ ਸੰਸਾਰ ਤੋਂ ਲੰਘ ਕੇ ਸੋ 21 ਜੋ ਪ੍ਰਮਾਤਮਾ ਹੈ ਉਹਦੇ ਵਿੱਚ ਅਭੇਦਤਾ ਵਾਲੀ ਅਵਸਥਾ ਨੂੰ ਪ੍ਰਾਪਤ ਕਰਕੇ ਗੁਰਸਿੱਖ ਜਿਹੜਾ ਨਾ ਸਹਿਜ ਵਿੱਚ ਸਮਾ ਜਾਂਦਾ ਹੈ। ਸਹਿਜ ਪਦ ਦੇ ਵਿੱਚ ਉਹ ਅਭੇਦ ਹੋ ਜਾਂਦਾ ਹੈ। ਇਉਂ ਗੁਰਸਿੱਖ ਦਾ ਜਿਹੜਾ ਮਿਲਾਪ ਹੈ ਉਹ ਉਹਦੀ ਮਹਾਨਤਾ ਹੈ। ਗੁਰਸਿੱਖ ਦੇ ਮਿਲਾਪ ਦੇ ਵਿੱਚੋਂ ਅਨੇਕਾਂ ਗੁਣ ਪੈਦਾ ਹੁੰਦੇ ਹੈ। ਸੋ ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਪੁਰਖੋਂ ਪੁਰਖ ਉਪਾਇਆ ਪੁਰਖੋਤਮ ਹਾਈ। 20 21 ਉਲੰਘ ਕੈ ਹੋਏ ਸਹਿਜ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।